ਇਹ ਸਿਨੈਰੀਓ ਜਿਹੜਾ ਹੈਗਾ ਭਰਾ ਮਾਰੂ ਜੰਗ ਫਰੈਟਰੀਸਾਈਡ ਇਸ ਨੂੰ ਕਿਹਾ ਜਾ ਰਿਹਾ। ਜੇਕਰ ਆਪਾਂ ਸਿੱਧੀ ਪੰਜਾਬੀ ਚ ਗੱਲ ਕਰੀਏ ਤਾਂ ਭਰਾ ਮਾਰੂ ਜੰਗ ਸੀਗੀ ਇਹ, ਜਿਸ ਦੇ ਵਿੱਚ 4 ਜਵਾਨ ਜਿਹੜੇ ਨੇ ਉਹਨਾਂ ਦੀ ਮੌਤ ਹੋਈ ਹੈ। ਬਿਲਕੁਲ 4 ਜਵਾਨਾਂ ਦੀ ਮੌਤ ਹੋਈ ਹੈ ਤੇ ਕਾਰਨ ਕੀ ਰਿਹਾ ਹੈ? ਵੱਡਾ ਸਵਾਲ ਹੈ ਕਿ ਕੋਈ ਮਾਮੂਲੀ ਤਕਰਾਰ ਹੋ ਗਈ ਤਾਂ ਆਪਸ ਦੇ ਵਿੱਚ ਝਗੜਾ ਹੋ ਗਿਆ, ਕਿਉਂਕਿ ਜਿਹੜਾ ਸਮਾਂ ਸੀ, ਮੈਂ ਸੂਰਜਪਾਨ ਹੋਰਾਂ ਨਾਲ ਵੀ ਗੱਲ ਕਰ ਰਿਹਾ ਸੀਗਾ, ਸਮਾਂ ਜਿਹੜਾ ਏ ਉਹ 4:30 ਵਜੇ ਦਾ। ਇਹ ਤੋਂ ਇਹ ਲੱਗਦਾ ਕਿ ਪੁਰਾਣੀ ਰੰਜਿਸ਼, ਪੁਰਾਣਾ ਮਨ ਦੇ ਵਿੱਚ ਧਾਰ ਕੇ ਰੱਖਿਆ ਹੋਇਆ ਕਿ ਇਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਸਬਕ ਸਿਖਾਉਣਾ ਹੈ। ਕਿਉਂਕਿ ਅਕਸਰ ਜਦੋਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਨੇ ਆਰਮੀ ਜਵਾਨਾਂ ਦੇ ਵਿੱਚ, ਫੌਜੀ ਜਵਾਨਾਂ ਦੇ ਵਿੱਚ, ਤਾਂ ਉਹ ਜਿਹੜੀ ਘਟਨਾਕ੍ਰਮ ਹੈ ਆਪਸੀ ਲੜਾਈ ਝਗੜਾ ਹੁੰਦਾ ਤਾਂ ਕਿਉਂਕਿ ਵੈਪਨ ਉਹਨਾਂ ਕੋਲੇ ਹੁੰਦੇ ਨੇ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ। ਪਰ ਇਹਦੇ ਵਿੱਚ ਇੱਕ ਥੋੜਾ ਜਿਹਾ ਵੱਖਰਾ ਐਂਗਲ ਇੱਕ ਹੋਰ ਨਿਕਲ ਕੇ ਸਾਹਮਣੇ ਆ ਰਿਹਾ ਹੈ। ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਹਮਲਾਵਰ ਵੀ ਮਾਰਿਆ ਗਿਆ ਜਾਂ ਨਹੀਂ, ਕਿ ਆਪਸ ਦੇ ਵਿੱਚ ਗੋਲੀ ਚੱਲ ਗਈ, ਦੋਵਾਂ ਪਾਸਿਓਂ ਗੋਲੀ ਚੱਲੀ ਹੈ, ਜਾਂ ਫਿਰ ਹਮਲਾ ਕਰਨ ਵਾਲਾ ਹੋਰ ਹੈ, ਉਸਨੇ ਹੀ 4 ਜਵਾਨਾਂ ਨੂੰ ਮਾਰ ਦਿੱਤਾ। ਇਹ ਥੋੜੀ ਜਿਹੀ ਹਾਲੇ ਕਲੈਰਿਟੀ ਆਉਣੀ ਬਾਕੀ ਹੈਗੀ ਹੈ, ਪਰ ਇੰਨਾ ਜ਼ਰੂਰ ਸਾਹਮਣੇ ਆ ਚੁੱਕਿਆ ਕਿ 4 ਜਿਹੜੇ ਮਾਰੇ ਗਏ ਨੇ ਉਹ 4 ਫੌਜੀ ਜਵਾਨ ਨੇ। ਇਹ ਆਰਮੀ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਤੇ ਇਸ ਸੰਬੰਧੀ ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਨੇ ਵੀ ਜਾਣਕਾਰੀ ਮੰਗੀ ਆ, ਪੂਰੀ ਡਿਟੇਲ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਥੋੜੀ ਦੇਰ ਤੱਕ ਮੀਡੀਆ ਬਰੀਫਿੰਗ ਹੋਵੇਗੀ ਤੇ ਹਾਲੇ ਇਹ ਵੀ ਸਾਹਮਣੇ ਆਉਣਾ ਹੈ ਕਿ ਜਿਹੜੇ 4 ਜਵਾਨ ਨੇ ਇਹ ਕਿੱਥੋਂ ਦੇ ਨੇ, ਕਿੱਥੋਂ ਦੇ ਰਹਿਣ ਵਾਲੇ ਨੇ, ਕੌਣ ਨੇ, ਇਹਨਾਂ ਦੀ ਜਿਹੜੀ ਆਇਡੈਂਟੀਟੀ ਆ ਉਹ ਵੀ ਹੁਣ ਸਾਹਮਣੇ ਆਏਗੀ। ਬਿਲਕੁਲ 10th ਕਾਰਪਸ ਹੈਗੀ ਹੈ ਇਹ, ਜਿਸ ਨੂੰ ਚੇਤਕ ਕਿਹਾ ਜਾਂਦਾ ਹੈ। ਆਰਮੀ ਦੇ ਕਾਰਪਸ ਦੇ ਜਿਹੜੇ ਨਾਂ ਨੇ ਵੱਖ-ਵੱਖ, ਚੇਤਕ ਕਾਰਪਸ ਇਸ ਨੂੰ ਕਿਹਾ ਜਾਂਦਾ। ਔਰ ਇਹ 11ਵੀਂ ਕਾਰਪਸ ਜਿਹੜੀ ਸੀਗੀ ਉਸ ਦਾ ਭਾਰ ਘਟਾਉਣ ਦੇ ਲਈ 10th ਕਾਰਪਸ ਜਿਹੜੀ ਹੈ ਉਹ ਬਣਾਈ ਗਈ ਸੀ 1979 ਦੇ ਵਿੱਚ ਤਕਰੀਬਨ ਇਹ ਬਣਾਈ ਗਈ ਸੀਗੀ। ਔਰ ਉਸ ਦੇ ਵਿੱਚ ਕਿਉਂਕਿ ਉਹਦਾ ਸਾਊਥ ਵੈਸਟਰਨ ਕਮਾਂਡ ਦੇ ਅੰਡਰ ਇਹ ਹੈਗੀ ਹੈ, ਔਰ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਅਪਡੇਟ ਵੀ ਦੇ ਰਹੇ ਹਾਂ ਕਿ ਕੀ ਕੁਝ ਹੋ ਰਿਹਾ ਇਸ ਵੇਲੇ, ਚੱਲ ਕੇ ਰਿਹਾ ਬਠਿੰਡਾ ਦੇ ਵਿੱਚ, ਕਿਸ ਤਰੀਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅੰਦਰ ਗਏ ਨੇ ਜਾਂ ਨਹੀਂ ਗਏ ਨੇ। ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਆਰਮੀ ਦੇ ਨਾਲ ਇਨ ਟੱਚ ਵਿੱਚ ਹਾਂ, ਆਰਮੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ। ਪਰ ਰਣਬੀਰ, ਜੇਕਰ ਓਵਰਆਲ ਸਿਨੈਰੀਓ ਦੇਖੀਏ, ਇਹ ਅਜਿਹਾ ਪਹਿਲਾ ਇਨਸੀਡੈਂਟ ਨਹੀਂ ਹੈਗਾ। ਇਸ ਤੋਂ ਪਹਿਲਾਂ ਵੀ ਇੱਕ ਸਿਮਿਲੈਰਿਟੀ ਜਿਹੜੀ ਪਿਛਲੇ ਇਨਸੀਡੈਂਟਸ ਦੇ ਨਾਲ ਮਿਲਦੀ ਹੈ ਉਹ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਇਸ ਤਰੀਕੇ ਦੇ ਅਟੈਕ ਹੋਏ, ਆਪਸੀ ਝਗੜਾ ਹੋਇਆ ਹੈ ਜਾਂ ਇਹ ਭਰਾ ਮਾਰੂ ਜੰਗ ਹੋਈ ਹੈ, ਜਦੋਂ ਵੀ ਇਸ ਤਰੀਕੇ ਦੇ ਹਾਲਾਤ ਬਣੇ ਨੇ ਤਾਂ ਆਰਮੀ ਮੈਸ ਏਰੀਆ ਜਿਹੜਾ ਹੈਗਾ ਉਹ ਕਈ ਸਾਰੇ ਇਨਸੀਡੈਂਟ ਬੈਕਗ੍ਰਾਉਂਡ ਦੇ ਵਿੱਚ ਅਜਿਹੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਮੈਸ ਦਾ ਏਰੀਆ ਜਿਹੜਾ ਹੈਗਾ ਉਸ ਨੂੰ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾਂ ਉੱਥੇ ਝਗੜਾ ਜਿਹੜਾ ਹੈਗਾ ਉੱਥੇ ਹੁੰਦਾ ਹੋਇਆ ਨਜ਼ਰ ਆਉਂਦਾ ਰਿਹਾ ਹੈ। ਸਪੈਸੀਫਿਕ ਰੀਜ਼ਨ ਅਸੀਂ ਸਮਝ ਸਕਦੇ ਹਾਂ ਕੋਈ ਮੈਸ ਦਾ ਏਰੀਆ ਹੋਣਾ, ਕਿ ਇਹ ਮੰਨਿਆ ਜਾਵੇ ਕਿ ਉਹ ਏਰੀਆ ਵਿੱਚ ਆਰਮਸ ਜਿਹੜੇ ਹੈਗੇ ਉਹ ਨਹੀਂ ਹੁੰਦੇ। ਬਿਲਕੁਲ ਇਹਦੇ ਵਿੱਚ ਥੋੜਾ ਜਿਹਾ ਅਗਰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਕਿ ਥੋੜਾ ਉੱਥੇ ਈਜ਼ੀ ਫੀਲ ਕਰਦੇ ਨੇ ਕਿ ਉੱਥੇ ਉਹਨਾਂ ਦਾ ਇੰਨਾ ਧਿਆਨ ਨਹੀਂ, ਜਦੋਂ ਕੋਈ ਡਿਊਟੀ ਤੇ ਹੋਏਗਾ ਉਹਦੇ ਕੋਲੇ ਹਰ ਸਮੇਂ ਵੈਪਨ ਹੋਏਗਾ, ਉਹ ਲੋਡਡ ਵੀ ਹੋ ਸਕਦਾ, ਹਰ ਵੇਲੇ ਤਿਆਰ ਹੋਏਗਾ। ਪਰ ਜਦੋਂ ਤੁਸੀਂ ਮੈਸ ਦੇ ਕੋਲੋਂ ਜਾਂ ਮੈਸ ਦੇ ਵਿੱਚੋਂ ਤਾਂ ਤੁਹਾਡਾ ਜਿਹੜਾ ਵੈਪਨ ਨੂੰ ਲੈ ਕੇ ਧਿਆਨ ਹੈ ਜਾਂ ਤੁਹਾਡੇ ਤੇ ਕੋਈ ਅਟੈਕ ਹੋ ਸਕਦਾ, ਇਸ ਤਰ੍ਹਾਂ ਉੱਥੇ ਉਹਨਾਂ ਨੂੰ ਸਮਝ ਨਹੀਂ ਲੱਗਦਾ ਕਿ ਇਸ ਤਰ੍ਹਾਂ ਵੀ ਹੋ ਸਕਦਾ, ਉਹਨਾਂ ਨੇ ਸੋਚਿਆ ਨਹੀਂ ਹੁੰਦਾ ਹੈਗਾ। ਤੇ ਇਸੇ ਕਰਕੇ ਇਹਨੂੰ ਸੌਫਟ ਟਾਰਗੇਟ ਵੀ ਮੰਨ ਲਿਆ ਜਾਂਦਾ ਹੈ ਕਿ ਜਿਸ ਹਮਲਾਵਰ ਨੇ ਹਮਲਾ ਕੀਤਾ ਹੋਏਗਾ ਉਹਨੇ ਮੰਨਿਆ ਹੋਏਗਾ, ਦੇਖਿਆ ਹੋਏਗਾ। ਤੇ ਜਿਹੜੀ ਇੱਕ ਇੰਸੈਸ ਜਿਹੜੀ ਰਾਈਫਲ ਹੈ, ਗਨ ਹੈ, ਜਿਹੜੀ ਕਿਹਾ ਜਾ ਰਿਹਾ ਕਿ ਮਿਸਿੰਗ ਸੀਗੀ, 28 ਕੈਟਰਿਜਸ ਵੀ ਮਿਸਿੰਗ ਸੀਗੇ। ਤਾਂ ਜੇ ਉਹ ਬਿਲਕੁਲ ਉਹਦੇ ਤੇ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਜੇ ਉਹ ਬਿਲਕੁਲ ਇਹ ਜਾਣਕਾਰੀ ਸਹੀ ਹੈ ਤਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਜਿਸ ਨੇ ਹਮਲਾ ਕੀਤਾ ਉਹ ਮੈਸ ਦੇ ਨਾਲ ਕੋਈ ਸੰਬੰਧਿਤ ਹੋਵੇ, ਜਿਹਦੇ ਕੋਲ ਵੈਪਨ ਹੋ ਸਕਦਾ ਨਾ ਹੋਵੇ ਤੇ ਉਸਨੇ ਇਹ ਅਟੈਕ ਕੀਤਾ। ਪਰ ਸਾਰੀ ਸਪੈਕੂਲੇਸ਼ਨ ਨੇ, ਇਹ ਅਸੀਂ ਸਾਰੇ ਬਿਲਕੁਲ ਅੰਦਾਜ਼ਾ ਲਾ ਰਹੇ ਹਾਂ ਕਿਉਂਕਿ ਹਜੇ ਵੀ ਕੋਰ ਸਟੇਟਮੈਂਟ ਆਣੀ ਬਾਕੀ ਹੈ। ਪਰ ਮੈਸ ਦੇ ਵਿੱਚ ਅਟੈਕ ਹੋਣਾ, ਜਿਹੜੀ ਗੱਲ ਰਣਬੀਰ ਕਹਿ ਰਹੇ ਸੀਗੇ ਕਿ ਇੱਕ ਬਹੁਤ ਸੌਫਟ ਟਾਰਗੇਟ ਹੋ ਜਾਂਦਾ ਹੈ। ਮੈਸ ਦਾ ਏਰੀਆ ਇੱਕ ਅਜਿਹਾ ਹੈ ਜਿੱਥੇ ਅਕਸਰ ਇਹ ਹੁੰਦਾ ਹੈ ਕਿ ਆਰਮੀ ਦੇ ਜਵਾਨ ਆਪਣੀ ਡਿਊਟੀ ਤੋਂ ਫ੍ਰੀ ਹੋਏ, ਔਰ ਜ਼ਿਆਦਾਤਰ ਇਹ ਹੁੰਦਾ ਹੈ ਕਿ ਨਾਈਟ ਸ਼ਿਫਟ ਤੋਂ ਬਾਅਦ ਕੋਈ ਸਵੇਰੇ ਫ੍ਰੀ ਹੋਇਆ ਤਾਂ ਉੱਥੇ ਚਾਹ ਪੀਣ ਲਈ ਗਿਆ, ਉੱਥੇ ਬਹਿ ਕੇ ਗੱਲਬਾਤ ਕਰ ਰਿਹਾ, ਗੱਪਸ਼ਪ ਕਰ ਰਿਹਾ। 4-4:30 ਦਾ ਕਿਉਂਕਿ ਜਿਹੜਾ ਇਹ ਟਾਈਮ ਹੈ ਜਦੋਂ ਇਹ ਫਾਇਰਿੰਗ ਹੋਈ ਹੈ, ਸਵੇਰੇ 4-4:30 ਵਜੇ ਦਾ ਟਾਈਮ ਹੈ। ਹੋ ਸਕਦਾ ਹੈ ਕਿ ਜਾਂ ਤਾਂ ਨਾਈਟ ਡਿਊਟੀ ਵੇਲੇ ਵਿਚਕਾਰ ਜਿਹੜਾ ਛੋਟਾ ਜਿਹਾ ਬ੍ਰੇਕ ਹੁੰਦਾ ਹੈ ਕਿ ਜਾ ਕੇ ਇੱਕ ਚਾਹ ਦਾ ਕੱਪ ਪੀ ਲਈਏ, ਮੈਸ ਵਿੱਚ ਜਾਈਏ, ਜਾਂ ਥੋੜਾ ਰਿਲੈਕਸ ਹੋਣ ਦੇ ਲਈ ਮੈਸ ਦੇ ਵਿੱਚ ਗਏ। ਸੋ ਉੱਥੇ ਟਾਰਗੇਟ ਕੀਤਾ ਗਿਆ। ਕਿਤੇ ਨਾ ਕਿਤੇ ਸਮਝ ਆ ਰਿਹਾ ਹੈ ਕਿ ਇੱਕ ਸੌਫਟ ਟਾਰਗੇਟ, ਔਰ ਕਿਤੇ ਨਾ ਕਿਤੇ ਜਿਹੜਾ ਹਮਲਾਵਰ ਸੀ ਉਸਨੇ ਇਹ ਪਲਾਨ ਕਰਕੇ, ਕਿਉਂਕਿ ਐਗਜ਼ੈਕਟ ਟਾਈਮਿੰਗ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਸੂਰਜ ਨੂੰ ਵੀ ਆਪਾਂ ਇਹ ਸਵਾਲ ਪੁੱਛ ਰਹੇ ਸੀ ਕਿ ਟਾਈਮਿੰਗ ਜਿਹੜੀ ਉਹ ਬੜੀ ਇੰਪੋਰਟੈਂਟ ਹੁੰਦੀ ਹੈ ਦਿਨ ਵੇਲੇ, ਕਿਉਂਕਿ ਹਰ ਕੋਈ ਐਕਟਿਵ ਹੁੰਦਾ ਔਰ ਵੱਡਾ ਇੱਕ ਸੈਂਟਰ ਹੈਗਾ ਆਰਮੀ ਦਾ, ਵੱਡਾ ਕੇਂਦਰ ਹੈਗਾ, ਵੱਡੀ ਗਿਣਤੀ ਦੇ ਵਿੱਚ ਫੌਜ ਦੇ ਜਵਾਨ ਅਧਿਕਾਰੀ ਉੱਥੇ ਕੰਮਕਾਜ ਦੇ ਵਿੱਚ ਰੁੱਝੇ ਹੁੰਦੇ ਨੇ। ਦਿਨ ਵੇਲੇ ਸਰਗਰਮੀ ਜਿਹੜੀ ਹੈਗੀ ਉਹ ਕਾਫੀ ਜ਼ਿਆਦਾ ਹੁੰਦੀ ਹੈ ਅੰਦਰ ਦੇ ਏਰੀਆ ਦੇ ਵਿੱਚ। ਸੋ ਇੱਕ ਅਜਿਹਾ ਟਾਰਗੇਟ ਔਰ ਇੱਕ ਅਜਿਹੀ ਟਾਈਮਿੰਗ ਚੂਜ਼ ਕੀਤੀ ਗਈ ਹੈ ਹਮਲਾਵਰ ਦੇ ਵੱਲੋਂ ਕਿ ਜਦੋਂ ਜ਼ਿਆਦਾਤਰ ਏਰੀਆ ਜਿਹੜਾ ਹੈਗਾ ਉਹ ਸ਼ਾਂਤ ਹੁੰਦਾ ਹੈ ਔਰ ਜ਼ਿਆਦਾਤਰ ਏਰੀਆ ਵਿੱਚ ਉਨੀ ਐਕਟੀਵਿਟੀ ਨਹੀਂ ਹੁੰਦੀ। 4-4:30 ਵਜੇ ਦਾ ਵਕਤ ਔਰ ਏਰੀਆ ਜਿਹੜਾ ਚੂਜ਼ ਕੀਤਾ ਗਿਆ ਉਹ ਮੈਸ ਏਰੀਆ, ਯਾਨੀ ਜਿੱਥੇ ਰਿਲੈਕਸ ਹੋਣ ਦੇ ਲਈ ਜਵਾਨ ਆਉਂਦੇ ਨੇ, ਜਿੱਥੇ ਹਥਿਆਰ ਲੈਣ ਦੀ ਲੋੜ ਨਹੀਂ ਪੈਂਦੀ, ਉਹ ਰਿਲੈਕਸ ਹੋ ਕੇ ਆਉਂਦੇ ਨੇ, ਫ੍ਰੀ ਹੋ ਕੇ ਆਉਂਦੇ ਨੇ, ਡਿਊਟੀ ਤੋਂ ਥੋੜਾ ਜਿਹਾ ਟਾਈਮ ਕੱਢ ਕੇ ਉੱਥੇ ਪਹੁੰਚਦੇ ਨੇ। ਪਰ ਉੱਥੇ ਅਟੈਕ ਕੀਤਾ ਗਿਆ ਔਰ 4 ਜਵਾਨ ਜਿਹੜੇ ਨੇ ਉਹਨਾਂ ਦੀ
ਮੌਤ ਹੋਈ ਹੈ। ਫਾਇਰਿੰਗ ਦੇ ਵਿੱਚ ਇਹ ਕਲੀਅਰ ਹੋ ਚੁੱਕਾ ਹੈ ਤੇ ਹਜੇ ਵੀ ਪੂਰਾ ਇਲਾਕਾ ਸੀਲ ਹੈ। ਪੰਜਾਬ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ। ਆਰਮੀ ਦੇ ਵੱਲੋਂ ਵੀ ਇਹ ਕਿਹਾ ਗਿਆ ਹੈ, ਦੋਵੇਂ ਜੁਆਇੰਟ ਲੈਵਲ ਤੇ ਇਸ ਦੀ ਜਾਂਚ ਕਰ ਰਹੇ ਨੇ, ਕਿਉਂਕਿ ਹੁਣ ਇਹ ਜਦੋਂ 4 ਜਵਾਨਾਂ ਦੀ ਮੌਤ ਦਾ ਮਾਮਲਾ ਹੈ ਤਾਂ ਫਿਰ ਇਹ ਜੁਰਿਸਡਿਕਸ਼ਨ ਇਸ ਦਾ ਸਿਵਲ ਦੇ ਵਿੱਚ ਕਨਵਰਟ ਹੋ ਜਾਵੇਗਾ। ਆਰਮੀ ਆਪਣੇ ਪੱਧਰ ਤੇ ਕਾਰਵਾਈ ਕਰੇਗੀ, ਪਰ 4 ਜਵਾਨਾਂ ਦੀ ਮੌਤ ਜਿਸ ਏਰੀਏ ਵਿੱਚ ਹੋਈ ਹੈ ਉਸ ਦੀ ਫਿਰ ਪੁਲਿਸ ਰਿਪੋਰਟ ਵੀ ਬਕਾਇਦਾ ਦਰਜ ਹੋਏਗੀ, ਉਸ ਦੇ ਵਿੱਚ ਕਾਰਵਾਈ ਵੀ ਉਸ ਤਰੀਕੇ ਕੀਤੀ ਜਾਏਗੀ। ਰਣਬੀਰ, ਬਿਲਕੁਲ ਗਗਨ, ਇਹ ਮੰਦਭਾਗਾ ਵੀ ਹੈ, ਜਿਵੇਂ ਤੁਸੀਂ ਕਿਹਾ ਕਿ ਭਰਾ ਮਾਰੂ ਜੰਗ ਹੈਗੀ ਹੈ ਕਿ ਦੁਸ਼ਮਣ ਨਾਲ ਤਾਂ ਤੁਸੀਂ ਲੜਨਾ ਹੈ, ਦੁਸ਼ਮਣ ਨੂੰ ਤਾਂ ਸਭ ਕੁਝ ਸਿਖਾਉਣਾ ਹੈ, ਆਪਣੇ ਦੇਸ਼ ਦੀ ਰਾਖੀ ਤੁਸੀਂ ਕਰਨੀ ਹੈ, ਦੇਸ਼ ਲਈ ਕੁਰਬਾਨ ਵੀ ਹੋਣਾ ਹੈ। ਪਰ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾਕ੍ਰਮ ਵਾਪਰਦਾ ਹੈ ਕਿ ਬਿਨਾਂ ਵਜ੍ਹਾ ਛੋਟੀ ਮਾਮੂਲੀ ਤਕਰਾਰ ਤੇ ਇਸ ਤਰ੍ਹਾਂ ਦੀ ਵੱਡੀ ਘਟਨਾ ਦਾ ਵਾਪਰ ਜਾਣਾ, 4 ਜਵਾਨਾਂ ਦੀ ਜਾਨ ਚਲੇ ਜਾਣੀ, ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਹੋਣਗੇ, ਉਹਨਾਂ ਦੇ ਸਕੇ ਸੰਬੰਧੀ ਰਿਸ਼ਤੇਦਾਰ ਭੈਣ ਭਰਾ ਸਾਰੇ ਹੋਣਗੇ, ਤੇ ਉਹਨਾਂ ਤੇ ਕੀ ਬੀਤੇਗੀ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਥੋੜਾ ਹੋਰ ਘੋਖਣਾ ਪਏਗਾ ਕਿ ਆਖਰ ਕਿਉਂ ਹੁੰਦਾ ਹੈ, ਕਿ ਸਟ੍ਰੈਸ ਲੈਵਲ ਉਸ ਤੇ ਚਲੇ ਜਾਂਦਾ ਹੈ, ਕਿ ਡਿਪਰੈਸ਼ਨ ਜ਼ਿਆਦਾ ਹੋ ਜਾਂਦਾ ਹੈ, ਕਿ ਡਿਊਟੀ ਕਰ ਕਰਕੇ ਫੌਜੀ ਜਵਾਨ ਜਿਹੜੇ ਨੇ ਉਹ ਅੱਕ ਰਹੇ ਨੇ, ਜਾਂ ਉਹਨਾਂ ਨੂੰ ਕੋਈ ਛੁੱਟੀ ਨਹੀਂ ਮਿਲ ਰਹੀ। ਕਿਉਂਕਿ ਬਹੁਤ ਵਾਰ ਇਸ ਤਰ੍ਹਾਂ ਦੇ ਘਟਨਾਕ੍ਰਮ ਵੀ ਸਾਹਮਣੇ ਆਉਂਦਾ ਕਿ ਜਿਹੜੇ ਉਹਨਾਂ ਦੇ ਉੱਚ ਅਧਿਕਾਰੀ ਨੇ ਉਹਨਾਂ ਦੀ ਡੀਲਿੰਗ ਕਿਸ ਤਰ੍ਹਾਂ ਦੀ ਹੈ, ਜਿਹੜੇ ਹੇਠਲੇ ਪੱਧਰ ਦੇ ਫੌਜੀ ਜਵਾਨ ਨੇ। ਇਹ ਸਾਰੀਆਂ ਚੀਜ਼ਾਂ ਨੂੰ ਵਾਚਣਾ ਪਵੇਗਾ, ਘੋਖਣਾ ਪਵੇਗਾ। ਪਰ ਆਰਟਿਲਰੀ ਯੂਨਿਟ ਦੇ ਇਹ 4 ਫੌਜੀ ਜਵਾਨ ਸੀਗੇ ਜਿਨ੍ਹਾਂ ਦੀ ਇਸ ਫਾਇਰਿੰਗ ਦੇ ਵਿੱਚ ਮੌਤ ਹੋਈ ਹੈ, ਤੇ ਇਹ ਜਿਹੜਾ ਇਹ ਵਿਰਾਮ ਜ਼ਰੂਰ ਲਾ ਦਿੱਤਾ ਗਿਆ ਕਿ ਇਹ ਕੋਈ ਅੱਤਵਾਦੀ ਅਟੈਕ ਨਹੀਂ ਹੈ, ਇਹ ਕੋਈ ਜਿਹੜਾ ਅੱਤਵਾਦੀ ਹਮਲਾ ਨਹੀਂ ਹੈ। ਕਿਉਂਕਿ ਹਾਲਾਂਕਿ ਜਦੋਂ ਕਿਤੇ ਆਰਮੀ ਬੇਸ ਤੇ 에ਅਰ ਬੇਸ ਤੇ ਇਸ ਤਰ੍ਹਾਂ ਦੀ ਗੋਲੀਆਂ ਚੱਲਦੀਆਂ ਨੇ, ਫਾਇਰਿੰਗ ਹੁੰਦੀ ਹੈ, ਤਾਂ ਪਹਿਲਾ ਅੰਦਾਜ਼ਾ ਜਿਹੜਾ ਹੈ, ਕਿਉਂਕਿ ਪਹਿਲਾਂ ਵੀ ਹੋਇਆ, ਚਾਹੇ ਪਠਾਨਕੋਟ ਹੋਵੇ ਚਾਹੇ JNK ਹੋਵੇ, ਬਹੁਤ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਦੁਸ਼ਮਣ ਆ ਕੇ ਅਟੈਕ ਕਰਦਾ, ਕਿਉਂਕਿ ਦੁਸ਼ਮਣ ਦਾ ਟਾਈਮਿੰਗ ਵੀ ਇਹੀ ਹੁੰਦਾ ਹੈ। ਜਦੋਂ ਤੁਸੀਂ ਹਾਲੇ ਨਿਕਲ ਰਹੇ ਹੁੰਦੇ ਹੋ, ਹਾਲੇ ਤੁਸੀਂ ਡਿਊਟੀ ਜੁਆਇਨ ਕਰ ਰਹੇ ਹੁੰਦੇ ਹੋ ਜਾਂ ਡਿਊਟੀ ਐਕਸਚੇਂਜ ਕਰ ਰਹੇ ਹੁੰਦੇ ਹੋ, ਉਸ ਟਾਈਮਿੰਗ ਨੂੰ ਚੁਣਿਆ ਜਾਂਦਾ ਹੈ ਕਿ ਇਹ ਈਜ਼ੀ ਟਾਰਗੇਟ ਹੈ, ਸੌਫਟ ਹੈ, ਇਸ ਦੌਰਾਨ ਤੁਸੀਂ ਅਟੈਕ ਕਰੋ। ਪਰ ਇੰਨੀ ਗਨੀਮਤ ਜ਼ਰੂਰ ਹੈਗੀ ਹੈ ਕਿ ਆਪਸੀ ਹੈਗਾ, ਪਰ 4 ਜਾਨਾਂ ਬਹੁਤ ਕੀਮਤੀ ਨੇ ਜਿਹੜੀਆਂ ਗੰਜਾਂ ਨੇ, ਇਹ ਨਹੀਂ ਸੀ ਹੋਣਾ ਚਾਹੀਦਾ ਹੈਗਾ। ਬਿਲਕੁਲ ਬਿਲਕੁਲ ਰਣਬੀਰ, ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹ ਅੱਤਵਾਦੀ ਐਂਗਲ ਨਹੀਂ ਹੈਗਾ, ਅੱਤਵਾਦੀ ਹਮਲੇ ਦਾ ਐਂਗਲ ਨਹੀਂ ਹੈਗਾ। ਔਰ ਉਸ ਦੇ ਵਿੱਚ ਇੱਕ ਹੋਰ ਗੱਲ ਹੁੰਦੀ ਹੈ ਕਿ ਜਦੋਂ ਬਾਰਡਰਡ ਏਰੀਆ ਤੇ ਇਸ ਤਰੀਕੇ ਦਾ ਕੋਈ ਵੀ ਅਟੈਕ ਹੋਇਆ ਸੀ, ਪਠਾਨਕੋਟ 에ਅਰਬੇਸ ਤੇ ਹੋਏ ਅਟੈਕ ਨੂੰ ਜੇਕਰ ਸਮਝ ਕੇ ਦੇਖੀਏ ਤਾਂ ਉਸ ਤੇ ਵੀ ਸਭ ਤੋਂ ਪਹਿਲਾਂ ਗੇਟ ਤੇ ਜਿਹੜਾ ਸੰਤਰੀ ਖੜਾ ਸੀ उसने उस ते अटैक होया, उस तो बाद अंदर एंटर हुए, फिर हमला किया गया। पर इत्थे कुछ होर सिचुएशन, मैं मानता हूं और आप कह रहे हैं, ठीक कह रहे हैं कि ये एक बहुत बड़ी चूक है कि एक आर्मी मिलिट्री बेस में जो महज 150 किलोमीटर बॉर्डर से दूर है, वहां पे अगर ऐसी चीज हरकत हो जाए तो इसका मतलब क्या है? तो इसका मतलब ये है कि कहीं ना कहीं बहुत बड़ी गलती हो रही है, या प्रोसीजरल एरर है, SOP में प्रॉब्लम है, कोई ना कोई चीज़ है जिसको का ब्यौरा लेना बहुत ज़रूरी है। इंडिपेंडेंट इंक्वायरी इसकी इज़ अ मस्ट। वेल, साउथ वेस्टर्न कमांड हेडक्वार्टर ने बिल्कुल ठीक कहा है कि ये सारा का सारा हुआ है। जो ये तो सारा SOP है, इंसिडेंट के बाद तो होगा ही, सील हो जाएगा इत्यादि इत्यादि, वो बात दूसरी है। पर जब तक इन सॉरी है इंग्लिश में है, नहीं कोई बात नहीं, दोबारा सॉरी मैं भूल गया। सो फायरिंग ਦੇ ਵਿੱਚ 4 ਜਵਾਨਾਂ ਦੀ ਮੌਤ ਹੋਈ ਹੈ। ਫੌਜ ਨੇ ਇਹ ਬਿਆਨ ਦੇ ਦਿੱਤਾ ਹੈ, 4 ਜਵਾਨ ਮਾਰੇ ਗਏ ਨੇ। ਔਰ ਮੰਦਭਾਗੀ ਘਟਨਾ, 4 ਜਵਾਨ ਜਿਹੜੇ 10th ਕਾਰਪਸ 10ਵੀਂ ਕਾਰਪਸ ਦੇ ਜਵਾਨ ਸੀਗੇ, ਉਹਨਾਂ ਦੀ ਮੌਤ ਹੋਈ ਹੈ। ਕਿਉਂਕਿ 10th ਕਾਰਪਸ ਦਾ ਇਹ ਆਰਮੀ ਸਟੇਸ਼ਨ ਹੈ ਬਠਿੰਡਾ, ਔਰ ਸਾਊਥ ਵੈਸਟਰਨ ਕਮਾਂਡ ਦੇ ਦੱਖਣ ਪੱਛਮ ਕਮਾਂਡ ਜਿਹੜੀ ਹੈਗੀ ਹੈ ਉਸ ਕਮਾਂਡ ਦੇ ਤਹਿਤ ਇਹ ਸਟੇਸ਼ਨ ਆਉਂਦਾ ਹੈ। ਬਠਿੰਡਾ ਸਟੇਸ਼ਨ ਆਰਮੀ ਦਾ, ਜਿੱਥੇ ਇਹ ਘਟਨਾ ਵਾਪਰੀ ਹੈ, ਔਰ ਮੰਦਭਾਗੀ ਘਟਨਾ ਜਿੱਥੇ 4 ਜਵਾਨਾਂ ਦੀ ਮੌਤ ਹੋਈ ਹੈ। ਔਰ ਇਹ ਅਤਵਾਦੀ ਹਮਲਾ ਨਹੀਂ ਹੈਗਾ, ਇਸ ਤੇ ਅਸੀਂ ਗੱਲ ਕਰ ਰਹੇ ਸੀ ਕਿ ਲਗਾਤਾਰ ਅਤਵਾਦੀ ਹਮਲਾ ਜਦੋਂ ਹੁੰਦਾ ਰਣਬੀਰ, ਅਕਸਰ ਇਹ ਦੇਖਿਆ ਗਿਆ ਕਿ ਬਾਰਡਰ ਏਰੀਆ ਜਿਹੜਾ ਹੈਗਾ ਜਿਸ ਦੀ ਇੱਕ ਬਾਉਂਡਰੀ ਵਾਲ ਹੈਗੀ ਹੈ, ਉੱਥੇ ਇਸ ਤਰੀਕੇ ਦੀ ਐਂਟਰੀ ਦੇ ਲਈ ਸਭ ਤੋਂ ਪਹਿਲਾਂ ਗੇਟ ਟਾਰਗੇਟ ਕੀਤੇ ਜਾਂਦੇ ਨੇ, ਐਂਟਰੀ ਗੇਟ। ਉੱਥੇ ਅਟੈਕ ਕਰਨ ਤੋਂ ਬਾਅਦ ਫਿਰ ਅੱਗੇ ਵਧੇ ਨੇ। ਜਦੋਂ ਪਠਾਨਕੋਟ 에ਅਰਬੇਸ ਤੇ ਅਟੈਕ ਹੋਇਆ ਉਹ ਤਕਰੀਬਨ ਇਸੇ ਤਰੀਕੇ ਹੋਇਆ ਸੀ। ਹਾਲਾਂਕਿ ਉਸ ਦੀ ਉਹਨਾਂ ਨੇ ਰੇਕੀ
ਕੁਝ ਹੱਦ ਤੱਕ ਕੀਤੀ ਹੋਈ ਸੀ ਔਰ ਅੰਦਰ ਜਾ ਕੇ ਉਹਨਾਂ ਨੇ ਹਰ ਪਾਸੇ ਫਿਰ ਫੈਲ ਕੇ ਜਿਹੜਾ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਸੀਗੀ। ਪਰ ਇਸ ਤਰੀਕੇ ਦਾ ਘਟਨਾਕ੍ਰਮ ਜਦੋਂ ਸਾਹਮਣੇ ਆਉਂਦਾ ਹੈ, ਜਦੋਂ ਇੱਕ ਮੈਸ ਦੇ ਵਿੱਚ ਜਾ ਕੇ ਸਿੱਧਾ ਅਟੈਕ ਹੈਗਾ ਔਰ 4 ਜਿਹੜੇ ਜਵਾਨ ਨੇ ਉਹਨਾਂ ਦੀ ਮੌਤ ਹੋਈ ਹੈ, ਤਾਂ ਉਹ ਸਿੱਧੇ ਤੌਰ ਤੇ ਸਮਝ ਆਉਂਦਾ ਹੈ ਕਿ ਇਹ ਟੈਰਰ ਅਟੈਕ ਨਹੀਂ ਹੈਗਾ, ਇਹ ਸਿੱਧਾ ਇੱਕ ਏਰੀਏ ਨੂੰ ਮੈਸ ਤੇ ਜਾ ਕੇ ਟਾਰਗੇਟ ਹੋਇਆ ਹੈ। ਕਿਉਂਕਿ ਜੇਕਰ ਇਹ ਟੈਰਰ ਅਟੈਕ ਹੁੰਦਾ ਫਿਰ ਸਿਚੁਏਸ਼ਨ ਕੁਝ ਵੱਖਰੀ ਹੁੰਦੀ, ਪਰ ਅੰਦਰੂਨੀ ਭਰਾ ਮਾਰੂ ਜੰਗ ਸੀਗੀ ਔਰ ਉਸ ਦਾ ਨਤੀਜਾ ਇਹ ਹੈਗਾ ਕਿ 4 ਜਵਾਨਾਂ ਦੀ ਮੌਤ ਹੋ ਗਈ। ਬਿਲਕੁਲ, ਆਰਮੀ ਚੀਫ ਜਨਰਲ ਮਨੋਜ ਪਾਂਡੇ ਇਸ ਸੰਬੰਧੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਨਗੇ। ਰਾਜਨਾਥ ਸਿੰਘ ਕੇਂਦਰੀ ਰੱਖਿਆ ਮੰਤਰੀ ਦੇ ਵੱਲੋਂ ਇਸ ਸੰਬੰਧੀ ਜਾਣਕਾਰੀ ਮੰਗੀ ਗਈ ਹੈ, ਪੂਰੀ ਡਿਟੇਲ ਮੰਗੀ ਗਈ ਹੈ। ਤਾਂ ਇਸ ਤੋਂ ਸਾਫ਼ ਹੈ ਕਿ ਚਾਹੇ ਉਹ ਦੇਸ਼ ਦੀ ਸਰਕਾਰ ਹੋਵੇ, ਚਾਹੇ ਡਿਫੈਂਸ ਮੰਤਰਾਲਾ ਹੋਵੇ ਤੇ ਚਾਹੇ ਪੰਜਾਬ ਪੁਲਿਸ ਹੋਵੇ, ਸਾਰਿਆਂ ਦੀ ਨਜ਼ਰ ਹੈ ਇਸ ਤੇ ਇੱਕ ਵੱਡੀ ਘਟਨਾ ਹੈ ਜਿਸ ਦੇ ਵਿੱਚ 4 ਆਰਮੀ ਜਵਾਨਾਂ ਦੀ ਜਾਨ ਗਈ ਹੈ, 4 ਫੌਜੀ ਜਵਾਨਾਂ ਦੀ ਜਾਨ ਗਈ ਹੈ ਫਾਇਰਿੰਗ ਦੇ ਵਿੱਚ। ਤੇ ਕਿਸ ਨੇ ਗੋਲੀਆਂ ਚਲਾਈਆਂ, ਕਿਉਂ ਗੋਲੀਆਂ ਚਲਾਈਆਂ, ਇਹ ਹਾਲੇ ਵੀ ਜਾਂਚ ਦਾ ਵਿਸ਼ਾ ਹੈ, ਜਾਂਚ ਕੀਤੀ ਜਾ ਰਹੀ ਹੈ। ਚਾਹੇ ਉਹ ਆਰਮੀ ਆਪਣੇ ਪੱਧਰ ਤੇ ਕਰ ਰਹੀ ਹੈ, ਪੰਜਾਬ ਪੁਲਿਸ ਨੂੰ ਵੀ ਇਸ ਦੇ ਵਿੱਚ ਇਨਵੋਲਵ ਕੀਤਾ ਗਿਆ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਜਿਹੜੇ ਨੇ ਉਹ ਵੀ ਆਰਮੀ ਦੇ ਨਾਲ ਸੰਯੁਕਤ ਜਾਂਚ ਕਰ ਰਹੇ ਨੇ। ਜੁਆਇੰਟ ਇਨਵੈਸਟੀਗੇਸ਼ਨ ਇਸ ਨੂੰ ਕਹਿ ਲਿਆ ਜਾਵੇ ਕਿ ਜੁਆਇੰਟ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪਰ 4 ਜਵਾਨਾਂ ਦੀ ਮੌਤ ਹੋਈ ਹੈ। ਤੜਕੇ 4:35 ਤੇ ਇਹ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ 4 ਫੌਜੀ ਜਵਾਨਾਂ ਦੀ ਮੌਤ ਹੋ ਜਾਂਦੀ ਹੈ ਫਾਇਰਿੰਗ ਦੇ ਵਿੱਚ। ਤੇ ਆਰਮੀ ਦੇ ਜਵਾਨ ਸੀਗੇ, ਆਰਟਿਲਰੀ ਯੂਨਿਟ ਦੇ ਇਹ 4 ਜਵਾਨ ਸੀਗੇ, ਜਿਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਵਜ੍ਹਾ ਕੀ ਰਹੀ, ਆਖਿਰ ਕਾਰਨ ਕੀ ਰਿਹਾ, ਗੋਲੀਆਂ ਕਿਉਂ ਚਲਾਈਆਂ ਗਈਆਂ, ਕੀ ਉਸੇ ਗਨ ਦੇ ਨਾਲ ਜਿਹੜੀ ਇਨਸਸ ਬੰਦੂਕ ਹੈਗੀ ਹੈ, ਰਾਈਫਲ ਹੈਗੀ ਹੈ ਜਿਹੜੀ ਮਿਸਿੰਗ ਸੀਗੀ, ਜਿਹੜੇ 28 ਕੈਟਰਿਜ ਸੀਗੇ ਉਹ ਮਿਸ ਸੀਗੇ, ਕਿ ਉਹੀ ਇਸਤੇਮਾਲ ਕੀਤੇ ਗਏ ਨੇ ਜਾਂ ਫਿਰ ਹੋਰ। ਇਹ ਜਾਂਚ ਜਾਰੀ ਹੈ ਤੇ ਜਲਦ ਹੀ ਇਸ ਸੰਬੰਧੀ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਆਏਗੀ। ਬਿਲਕੁਲ ਕਿਆਸ ਲਾ ਰਹੇ ਹਾਂ ਸੀ, ਸਪੈਕੂਲੇਸ਼ਨ ਵੀ ਕਿਤੇ ਨਾ ਕਿਤੇ, ਕਿਉਂਕਿ ਹੁਣ ਸਾਰਾ ਸਿਨੈਰੀਓ ਜਿਹੜਾ ਹੈਗਾ ਉਸ ਨੂੰ ਜੇ ਕੋਰੀਲੇਟ ਕਰਕੇ ਦੇਖੀਏ ਤਾਂ ਇੱਕ ਇਨਸਸ ਰਾਈਫਲ ਦੀ ਮਿਸਿੰਗ ਹੋਣ ਦੀ, ਗਾਇਬ ਹੋਣ ਦੀ ਇਤਲਾ ਦਿੱਤੀ ਜਾਂਦੀ ਹੈ। 28 ਕਾਰਟ੍ਰਿਜ, 28 ਕਾਰਤੂਸ ਉਸ ਦੇ ਨਾਲ ਗਾਇਬ ਨੇ, ਉਸ ਤੋਂ ਬਾਅਦ ਇਹ ਇਨਸੀਡੈਂਟ ਹੁੰਦਾ ਹੈ। ਸੋ ਕੋਰੀਲੇਟ ਤਾਂ ਹੁੰਦਾ ਹੈ, ਪਰ ਸਵਾਲ ਇੱਥੇ ਇਹ ਹੈਗਾ ਕਿ ਕੀ ਇਹ ਕੋਰੀਲੇਸ਼ਨ ਹਜੇ ਆਰਮੀ ਵੱਲੋਂ ਇਸ ਦੀ ਤਸਦੀਕ ਕੀਤੀ ਜਾਂਦੀ ਹੈ, ਪੁਲਿਸ ਵੱਲੋਂ ਇਸ ਦੀ ਤਸਦੀਕ ਕੀਤੀ ਜਾਂਦੀ ਹੈ ਕਿ ਇਸੇ ਤਰੀਕੇ ਦਾ ਕੋਈ ਵੈਪਨ ਇਸਤੇਮਾਲ ਹੋਇਆ ਹੈ, ਜਾਂ ਇੱਕ ਸੰਭਾਵਨਾ ਕਿਤੇ ਇਹ ਤਾਂ ਨਹੀਂ ਕਿ ਕੋਈ ਆਰਮੀ ਜਵਾਨ ਆਪਣੀ ਡਿਊਟੀ ਕਰਕੇ ਆਇਆ ਔਰ ਉਸਨੇ ਮੈਸ ਵਿੱਚ ਬੈਠੇ ਹੋਏ 4 ਸਾਥੀਆਂ ਤੇ ਹਮਲਾ ਕਰਤਾ। ਇਹ ਵੀ ਮੁਮਕਿਨ ਹੋ ਸਕਦਾ ਹੈ, ਜਿਹੜੀ ਸੰਭਾਵਨਾਵਾਂ ਨੇ, ਕਿਉਂਕਿ ਪਰ ਹਜੇ ਇੰਤਜ਼ਾਰ ਹੈਗਾ ਆਰਮੀ ਦੇ ਆਫੀਸ਼ੀਅਲ ਸਟੇਟਮੈਂਟ ਦਾ। ਇਸ ਸਭ ਦੇ ਵਿਚਾਲੇ ਖਬਰ ਇਹ ਵੀ ਹੈਗੀ ਹੈ ਕਿ ਜਿਹੜੇ ਫੌਜ ਦੇ ਜਵਾਨ ਜਿਹੜੇ ਇਸ ਭਰਾ ਮਾਰੂ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਇਤਲਾਹ ਦੇ ਦਿੱਤੀ ਗਈ ਹੈ, ਉਹਨਾਂ ਦੇ ਪਰਿਵਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਫੌਜ ਦੇ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਤੁਹਾਡਾ ਪਰਿਵਾਰਕ ਪੱਧਰ ਤੇ ਇਹ ਘਾਟਾ ਤੁਹਾਨੂੰ ਪੈ ਚੁੱਕਾ ਹੈ, ਇਸ ਤਰੀਕੇ ਦੀ ਘਟਨਾ ਵਾਪਰੀ ਆ, ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ। ਔਰ ਇਸ ਵੇਲੇ ਵੀ ਬਠਿੰਡਾ ਦਾ ਜਿਹੜਾ ਆਰਮੀ ਸਟੇਸ਼ਨ ਹੈ ਉਸ ਨੂੰ ਪੂਰੇ ਤਰੀਕੇ ਸੀਲ ਕੀਤਾ ਹੋਇਆ ਹੈ, ਕਿਸੇ ਨੂੰ ਵੀ ਬਾਹਰੋਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ। ਹਾਲਾਂਕਿ ਪੁਲਿਸ ਤੇ ਆਲਾ ਅਧਿਕਾਰੀ ਲਗਾਤਾਰ ਆਰਮੀ ਦੇ ਨਾਲ ਸੰਪਰਕ ਵਿੱਚ ਨੇ, ਰਾਬਤਾ ਕਾਇਮ ਕੀਤੇ ਹੋਏ ਨੇ ਔਰ ਲਗਾਤਾਰ ਜੁਆਇੰਟ ਪੱਧਰ ਤੇ, ਸਾਂਝੇ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ। ਪਰ ਜਿਸ ਤਰੀਕੇ ਇਹ ਘਟਨਾਕ੍ਰਮ ਵਾਪਰਿਆ ਰਣਬੀਰ, ਆਪਾਂ ਲਗਾਤਾਰ ਚਰਚਾ ਕਰ ਰਹੇ ਹਾਂ ਕਿ ਇਹ ਤਣਾਅ ਜਿਹੜਾ ਹੈਗਾ ਕਿ ਇਸ ਨੂੰ ਇੱਕ ਤਣਾਅ ਦਾ ਰਿਜ਼ਲਟ ਮੰਨਿਆ ਜਾਵੇ ਜਾਂ ਜਿਹੜਾ ਇੱਕ ਪ੍ਰੋਸੀਜਰ ਹੈਗਾ, ਕਿਉਂਕਿ ਆਰਮੀ ਦੀ ਲਾਈਫ ਇਹ ਮੰਨਿਆ ਜਾਂਦਾ ਕਿ ਸਿਵਿਲੀਅਨ ਲਾਈਫ ਤੋਂ ਬਿਲਕੁਲ ਡਿਫਰੈਂਟ ਹੁੰਦੀ ਹੈ। ਸਿਵਿਲੀਅਨਸ ਦੀ ਲਾਈਫ, ਸਿਵਿਲੀਅਨਸ ਦਾ ਲਾਈਫ ਸਟਾਈਲ ਬਿਲਕੁਲ ਵੱਖਰਾ ਹੁੰਦਾ ਹੈ। ਆਰਮੀ ਦੀ ਲਾਈਫ ਸਟਾਈਲ ਜਿਹੜਾ ਹੈਗਾ ਉਹ ਬਿਲਕੁਲ ਵੱਖਰਾ ਹੈ। ਡਿਸਿਪਲਿਨ ਹੈਗਾ ਉਸ ਦੇ ਵਿੱਚ ਇੱਕ ਸੀਨੀਅਰ ਜੂਨੀਅਰ ਦਾ ਇੱਕ ਡਿਫਰੈਂਸ ਹੈਗਾ ਔਰ ਉਸ ਬੜਾ ਡੈਕੋਰਮ ਹੈਗਾ ਉਸ ਦੇ ਵਿੱਚ ਆਪਣੇ ਆਪ ਵਿੱਚ। ਕੀ ਉੱਥੇ ਕੋਈ ਤਣਾਅ ਹੈਗਾ ਜਾਂ ਉਸ ਨੂੰ ਘੱਟ ਕਰਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਕੁਐਸਚਨ ਮਾਰਕ ਰਹਿ ਰਿਹਾ, ਲੂਪ ਹੋਲ ਰਹਿ ਰਿਹਾ? ਕਿਉਂਕਿ ਸਾਬਕਾ ਅਧਿਕਾਰੀਆਂ ਦੀ ਵੀ ਗੱਲ ਅਸੀਂ ਸੁਣ ਰਹੇ ਸੀਗੇ, ਉਹਨਾਂ ਨੇ ਵੀ ਕਿਹਾ ਕਿ SOP ਜਿਹੜਾ ਹੈਗਾ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜਾ ਹੈਗਾ ਉਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਲੂਪ ਹੋਲ ਰਹਿੰਦਾ ਨਜ਼ਰ ਆ ਰਿਹਾ ਤਾਂ ਇਹ ਜਿਹੀ ਘਟਨਾ ਵਾਪਰਦੀ ਹੈ। ਬਿਲਕੁਲ, ਇਸ ਦੇ ਵਿੱਚ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਮਲਟੀਪਲ ਰੀਜ਼ਨਸ ਇਸ ਨੂੰ ਕਿਹਾ ਜਾ ਸਕਦਾ ਹੈ। ਕੋਈ ਪਰਿਵਾਰਕ ਦੁੱਖ, ਪਰਿਵਾਰਕ ਕਾਰਨ ਵੀ ਇਸ ਦੇ ਰਹਿ ਸਕਦੇ ਨੇ। ਕਈ ਵਾਰ ਬਹੁਤ ਸਾਰੇ ਫੈਮਿਲੀਜ਼ ਦੇ ਆਪਸੀ ਡਿਸਪਿਊਟ ਹੁੰਦੇ ਨੇ, ਉਸ ਤੋਂ ਬਾਅਦ ਬੰਦਾ ਡਿਸਟਰਬ ਰਹਿੰਦਾ ਹੈ, ਉਸ ਤੋਂ ਬਾਅਦ ਇਹ ਵੀ ਕੁਝ ਡਿਪਰੈਸ਼ਨ ਦਾ, ਕੁਝ ਸਟ੍ਰੈਸ ਦਾ ਕਾਰਨ ਬਣ ਜਾਂਦੇ ਨੇ। ਪਰ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ, ਕੀ ਫਰਸਟ੍ਰੇਸ਼ਨ ਹੈ, ਕਿਉਂ ਚਲਾਈਆਂ ਗਈਆਂ, ਕੀ ਅਜਿਹਾ ਵਾਪਰਿਆ ਕਿ ਜਿਹੜੇ 4 ਫੌਜੀ ਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਤਾਂ ਇਹ ਜਦੋਂ ਜਾਂਚ ਹੋਏਗੀ ਉਸ ਤੋਂ ਬਾਅਦ ਹੀ ਸਪਸ਼ਟ ਹੋਏਗਾ। ਪਰ ਇਹਦੇ ਵਿੱਚ ਇੱਕ ਹੋਰ ਵੀ ਸਵਾਲ ਹੈ ਕਿ ਆਪਸ ਦੇ ਵਿੱਚ ਗੋਲੀ ਚੱਲੀ ਹੈ, ਕੀ ਮਰਨ ਵਾਲਾ ਵੀ ਉਹਨਾਂ ਦੇ ਵਿੱਚ ਸ਼ਾਮਲ ਹੈ, ਕਿ ਜਵਾਬੀ ਫਾਇਰਿੰਗ ਕੀਤੀ ਹੋਵੇ, ਕਿ ਪਹਿਲਾਂ ਇੱਕ ਨੇ ਗੋਲੀਆਂ ਚਲਾਈਆਂ ਫਿਰ ਦੂਜੇ ਨੇ ਚਲਾਤੀਆਂ, ਉਸ ਦੇ ਵਿੱਚ ਇਸ ਤਰ੍ਹਾਂ ਘਟਨਾਕ੍ਰਮ ਵਾਪਰਿਆ ਹੋਵੇ, ਇਸ ਤਰ੍ਹਾਂ ਇਹ ਘਟਨਾ ਵਾਪਰੀ ਹੋਵੇ। ਇਹ ਹਾਲੇ ਸਾਰੇ ਅਣਸੁਲਝੇ ਸਵਾਲ ਨੇ ਜਿਹੜੇ ਜਵਾਬ ਮੰਗਦੇ ਨੇ। ਜਵਾਬ ਜਾਂਚ ਹੋਏਗੀ, ਜਾਂਚ ਤੋਂ ਬਾਅਦ ਸਾਹਮਣੇ ਆਵੇਗਾ। ਪਰ ਮੰਦਭਾਗੀ ਘਟਨਾ ਹੈ ਕਿ ਕਿਸ ਢੰਗ ਦੇ ਨਾਲ ਮਿਲਟਰੀ ਏਰੀਆ ਦੇ ਵਿੱਚ ਇਹ
ਗੋਲੀਆਂ ਚੱਲੀਆਂ, 4 ਫੌਜੀ ਜਵਾਨਾਂ ਦੀ ਮੌਤ ਹੋਈ ਹੈ ਤੇ ਇਸ ਦੇ ਵਿੱਚ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਹਾਲਾਂਕਿ ਜਿਹੜੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੇ ਉਹ ਵਾਰ-ਵਾਰ ਕਹਿ ਰਹੇ ਨੇ ਕਿ ਇਸ ਤਰ੍ਹਾਂ ਦਾ ਪੈਨਿਕ ਜਿਹੜਾ ਹੈ ਕੋਈ ਵੀ ਕ੍ਰੀਏਟ ਨਾ ਕੀਤਾ ਜਾਵੇ ਕਿਉਂਕਿ ਆਪਸੀ ਲੜਾਈ ਝਗੜੇ ਦਾ ਮਾਮਲਾ ਹੈ, ਆਪਸੀ ਰੰਜਿਸ਼ ਦਾ ਮਾਮਲਾ, ਕੋਈ ਬਾਹਰੀ ਵਿਅਕਤੀ ਨਹੀਂ ਹੈ ਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਇਹ ਅਟੈਕ ਹੋਇਆ ਹੈ ਕਿ ਕਿਸੇ ਹੋਰ ਨੇ ਬਾਹਰੋਂ ਆ ਕੇ ਅਟੈਕ ਕੀਤਾ ਹੋਵੇ। ਅੰਦਰ ਦੀ ਇਹ ਘਟਨਾ ਹੈਗੀ ਹੈ, ਆਰਮੀ ਦੇ ਨਾਲ ਆਰਮੀ ਏਰੀਆ ਦੇ ਵਿੱਚ, ਮਿਲਟਰੀ ਏਰੀਆ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ। ਮੈਸ ਦੇ ਕੋਲੇ ਵਾਪਰਿਆ ਹੈ ਤੇ ਆਰਟਿਲਰੀ ਯੂਨਿਟ ਦੇ ਜਿਹੜੇ 4 ਫੌਜੀ ਜਵਾਨ ਨੇ ਉਹਨਾਂ ਦੀ ਜਾਨ ਗਈ ਹੈ। ਹਾਲਾਂਕਿ ਇਹ ਫੌਜੀ ਜਵਾਨ ਕਿਸ ਸਟੇਟ ਨਾਲ ਸੰਬੰਧਿਤ ਨੇ, ਕੀ ਪੰਜਾਬ ਨਾਲ ਸੰਬੰਧਿਤ ਨੇ ਜਾਂ ਕਿਸੇ ਹੋਰ ਸਟੇਟ ਦੇ ਨਾਲ ਸੰਬੰਧਿਤ ਨੇ, ਦੇਖਣਾ ਹੋਏਗਾ। ਬਿਲਕੁਲ ਬਿਲकुल ਇਹਨਾਂ ਬਾਰੇ ਡਿਟੇਲਸ ਹਜੇ ਆਉਣਗੀਆਂ। ਹਾਲਾਂਕਿ ਇਹਨਾਂ ਦੇ ਪਰਿਵਾਰਾਂ ਨੂੰ ਇਤਲਾਹ ਕਰ ਦਿੱਤੀ ਗਈ ਹੈ। 10th ਕੋਰਪਸ ਦੇ ਜਵਾਨ ਸੀਗੇ, 10ਵੀਂ ਕੋਰਪਸ ਦੇ जवान जिन्हों की मौत हुई है। देखिए, जो इंसिडेंट हुआ बड़ा दर्दनाक है। सुन के रंज हुआ कि मिलिट्री बेस के ऊपर 4 कैजुअल्टीज हुई हैं फायरिंग में, पर ये क्यों फायरिंग हुई, ये क्या कारण है, इसका तो इंक्वायरी पता देगी। कोई कंजेक्चर नहीं कर सकता, जैसे कि को कह रहे कि ये तो शायद अंदर का मामला है, एक इंसास राइफल गायब थी और कार्ट्रिजेस गायब थे। ये सारी की सारी इन्वेस्टिगेशन में पता चलेगी। अगर कोई ऐसी इंफॉर्मेशन पहले से देने लग जाते हैं तो इसका मतलब है कुछ छुप रहा है। तो इसमें ये दो राय नहीं है कि ये बड़ा सीरियस इंसिडेंट है। इसकी टोटल इंक्वायरी होनी चाहिए। क्या अंदर सैबोटियर छुपा हुआ था या बाहर से इन्फिल्ट्रेट किया है या इस रास्ते से इन्फिल्ट्रेट किया है जो गेट से नहीं आता। सारे दरवाजे तो आपने बंद कर दिए, और भी रास्ते खुले होंगे, जैसे पठानकोट का अटैक हुआ था। तो ये हम ये ना सोच बैठें कि साहब ये यही तरीका है, आप इसी पे इन्वेस्टिगेट करिए और मत करिए, ये बात ठीक नहीं होगी। इसको ऊपर पूरी की पूरी इन्वेस्टिगेशन चलेगी। क्वार्टर गार्ड से अगर राइफल मिसिंग है, इंसास राइफल, और काफ़ी सारे कार्ट्रिजेस मिसिंग हैं, क्यों, कैसे, कौन इंचार्ज था, उसका बैकग्राउंड, उसकी हिस्ट्री सारी की सारी जाएगी और तब पता चलेगा। आर्मी को इन्वेस्टिगेट करना आता है और ये एक मामला तो प्रोफेशनल्स पे छोड़ दिया जाए तो बेटर होगा, और इसमें बाहर वालों की कोई इंटरफेरेंस नहीं होनी चाहिए, तब मामला बिल्कुल फिट बैठेगा। देखिए, जो इंसिडेंट हुआ बड़ा दर्दनाक है। देखिए, जो इंसिडेंट हुआ बड़ा दर्दनाक है। सुन के रंज हुआ कि मिलिट्री बेस के ऊपर 4 कैजुअल्टीज हुई हैं फायरिंग में, पर ये क्यों फायरिंग हुई, ये क्या कारण है, इसका तो इंक्वायरी पता देगी। कोई कंजेक्चर नहीं कर सकता, जैसे कि को कह रहे कि ये तो शायद अंदर का मामला है, एक इंसास राइफल गायब थी और कार्ट्रिजेस गायब थे। ये सारी की सारी इन्वेस्टिगेशन में पता चलेगी। अगर कोई ऐसी इंफॉर्मेशन पहले से देने लग जाते हैं तो इसका मतलब है कुछ छुप रहा है। तो इसमें ये दो राय नहीं है कि ये बड़ा सीरियस इंसिडेंट है। इसकी टोटल इंक्वायरी होनी चाहिए। क्या अंदर सैबोटियर छुपा हुआ था या बाहर से इन्फिल्ट्रेट किया है या इस रास्ते से इन्फिल्ट्रेट किया है जो गेट से नहीं आता। सारे दरवाजे तो आपने बंद कर दिए, और भी रास्ते खुले होंगे, जैसे पठानकोट का अटैक हुआ था। तो ये हम ये ना सोच बैठें कि साहब ये यही तरीका है, आप इसी पे इन्वेस्टिगेट करिए और मत करिए, ये बात ठीक नहीं होगी। इसको ऊपर पूरी की पूरी इन्वेस्टिगेशन चलेगी। क्वार्टर गार्ड से अगर राइफल मिसिंग है, इंसास राइफल, और काफ़ी सारे कार्ट्रिजेस मिसिंग हैं, क्यों, कैसे, कौन इंचार्ज था, उसका बैकग्राउंड, उसकी हिस्ट्री सारी की सारी जाएगी और तब पता चलेगा। आर्मी को इन्वेस्टिगेट करना आता है और ये एक मामला तो प्रोफेशनल्स पे छोड़ दिया जाए तो बेटर होगा, और इसमें बाहर वालों की कोई इंटरफेरेंस नहीं होनी चाहिए। इस हिसाब से अभी तक हमें जो बयान हुआ है और जो एसएसपी भटिंडा का बयान आया है उसमें उन्होंने कहा कि ये टेरर एंगल नहीं है, ये इंटरनल मैटर, इंटरनली हुआ है, जो भी कंटोनमेंट एरिया में इंटरनल हुआ। अगर ये इंटरनल हुआ तो इसका मतलब कोई फैक्ट्री साइड का मसला है। फैक्ट्री साइड का मतलब ये होता है कि कोई जवान या किसी ने उसने एक दूसरे के ऊपर गोली चलाई है, क्या हुआ है। अब ये जो है ये इन्वेस्टिगेशन के बाद ही पता लगेगा। पर अगर ये फैक्ट्री साइड का भी मसला है तो मैं कहूँगा बहुत गंभीर मसला है। इसका मतलब जो जितने हमारे सैनिक हैं उनका जो एक मनोबल, जो मानसिक तनाव जो बढ़ रहा है दिन ब दिन इनके ऊपर,
उसका गवर्नमेंट ध्यान नहीं दे रही उसके ऊपर, क्योंकि ये जो चीज़ें हैं, ये जो डिप्लॉयमेंट आप जो है, जो हमारी जो फौज जो है बेसिकली, बार बार हमारे चीफ्स ने भी कहा है कि देखिए फौज को इंटरनल जो है सिक्योरिटी मैटर्स में मत इन्वॉल्व कीजिए, उनको बॉर्डर पे रहने दीजिए, क्योंकि ये हमारा होता है कि बॉर्डर पे रहते हैं, फिर उसको पीस में रहते हैं, फिर बॉर्डर में रहते हैं। अब हो क्या रहा है कि हमारे जो सैनिक हैं वो जनरली सारे उसमें बॉर्डर पे ही है, मतलब कि दे आर इन नॉन पीस एरिया। तो वो जो चीज़ हो रही है उसके अंदर मेंटल रिलैक्सेशन जो है वो नहीं हो रही, क्योंकि ना उनको छुट्टी हो रही है, ना उनको छुट्टी मिलती है टाइम से, ना कुछ। तो ये चीज़ है, इसके लिए बड़ा ज़रूरी है। और जो शॉर्टेज है आर्मी में वो उस हिसाब से देखना है, उसको किस हिसाब से करना है, और बाकी जो फैसिलिटीज़ है वो भी है। इस हिसाब से अभी तक हमें जो बयान हुआ है और जो एसएसपी भटिंडा का बयान आया है उसमें उन्होंने कहा कि ये टेरर एंगल नहीं है, ये इंटरनल मैटर, इंटरनली हुआ है, जो भी कंटोनमेंट एरिया में इंटरनल हुआ। अगर ये इंटरनल हुआ तो इसका मतलब कोई फैक्ट्री साइड का मसला है। फैक्ट्री साइड का मतलब ये होता है कि कोई जवान या किसी ने उसने एक दूसरे के ऊपर गोली चलाई है, क्या हुआ है। अब ये जो है ये इन्वेस्टिगेशन के बाद ही पता लगेगा। पर अगर ये फैक्ट्री साइड का भी मसला है तो मैं कहूँगा बहुत गंभीर मसला है। इसका मतलब जो हमारे जो जितने हमारे सैनिक हैं उनका जो एक मनोबल, जो मानसिक तनाव जो बढ़ रहा है दिन ब दिन इनके ऊपर, उसका गवर्नमेंट ध्यान नहीं दे रही उसके ऊपर, क्योंकि ये जो चीज़ें हैं, ये जो डिप्लॉयमेंट आप जो है, जो हमारी जो फौज जो है बेसिकली, बार बार हमारे चीफ्स ने भी कहा है कि देखिए फौज को इंटरनल जो है सिक्योरिटी मैटर्स में मत इन्वॉल्व कीजिए, उनको बॉर्डर पे रहने दीजिए, क्योंकि ये हमारा होता है कि बॉर्डर पे रहते हैं, फिर उसको पीस में रहते हैं, फिर बॉर्डर में रहते हैं। अब हो क्या रहा है कि हमारे जो सैनिक हैं वो जनरली सारे उसमें बॉर्डर पे ही है, मतलब कि दे आर इन नॉन पीस एरिया। तो वो जो चीज़ हो रही है उसके अंदर मेंटल रिलैक्सेशन जो है वो नहीं हो रही, क्योंकि ना उनको छुट्टी हो रही है, ना उनको छुट्टी मिलती है टाइम से, ना कुछ। तो ये चीज़ें, इसके लिए बड़ा ज़रूरी है। और जो शॉर्टेज है आर्मी में वो उस हिसाब से देखना है, उसको किस हिसाब से करना है, और बाकी जो फैसिलिटीज़ है वो भी है। ਸੋ ਰੱਖਿਆ ਮਾਹਿਰ ਵੀ ਉਹੀ ਗੱਲ ਕਹਿ ਰਹੇ ਨੇ ਰਣਬੀਰ, ਜਿਹੜੀ ਗੱਲ ਅਸੀਂ ਚਰਚਾ ਕਰ ਰਹੇ ਸੀ, ਜਿਸ ਤੇ ਤਣਾਅ ਜੇਕਰ ਹੈਗਾ ਤਾਂ ਉਹ ਕਿਤੇ ਨਾ ਕਿਤੇ ਦੇਖਣਾ ਹੋਵੇਗਾ। ਹਾਲਾਂਕਿ ਆਰਮੀ ਦਾ ਇੰਟਰਨਲ ਮੈਟਰ, ਔਰ ਆਰਮੀ ਦੇ ਅਧਿਕਾਰੀ ਜਿਹੜੇ ਸਾਬਕਾ ਅਧਿਕਾਰੀ ਵੀ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਆਰਮੀ ਇਨਵੈਸਟੀਗੇਟ ਕਰ ਸਕਦੀ ਹੈ ਆਪਣੇ ਲੈਵਲ ਤੇ। ਪਰ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਹੈ ਕਿ ਬਾਹਰ ਦੇ ਲੋਕਾਂ ਦੀ ਇਸ ਦੇ ਵਿੱਚ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ, ਕਿ ਪੁਲਿਸ ਦੇ ਕੋਲੇ ਮਾਮਲਾ ਨਹੀਂ ਜਾਣਾ ਚਾਹੀਦਾ, ਪਰ ਉਹ ਜਾਏਗਾ, ਕਿਉਂਕਿ ਕਤਲ ਵੀ ਇਸ ਨੂੰ ਕਤਲ ਦੇ ਵਾਂਗ ਵੀ ਦੇਖਿਆ ਜਾਵੇਗਾ। 4 ਜਵਾਨਾਂ ਦੀ ਮੌਤ ਜਿਹੜੀ ਇਸ ਘਟਨਾਕ੍ਰਮ ਦੇ ਵਿੱਚ ਹੋਈ ਹੈ ਉਸ ਤੇ ਵੀ ਕਿਤੇ ਨਾ ਕਿਤੇ ਕਾਨੂੰਨ ਦੀ ਧਾਰਾਵਾਂ ਲੱਗਣਗੀਆਂ, ਜਿਹੜੀਆਂ ਤੈਅ ਹੋਣਗੀਆਂ, ਉਸ ਦੇ ਮੁਤਾਬਿਕ ਮਾਮਲਾ ਵੀ ਦਰਜ ਹੋਏਗਾ। ਪਰ ਜਿਹੜਾ ਬੇਸ ਰੀਜ਼ਨ ਹੈਗਾ ਹੈ ਜਿੱਥੇ ਇਹ ਭਰਾ ਮਾਰੂ ਜੰਗ ਕਿਉਂ, ਬਿਲਕੁਲ ਗਗਨ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਹੁੰਦਾ ਕੀ ਹੈ ਕਿ ਇਹ ਘਟਨਾ ਤਾਂ ਹੁਣ ਵਾਪਰ ਚੁੱਕੀ ਹੈ, ਇਸ ਦੇ ਵਿੱਚ ਤਾਂ ਜੋ ਨੁਕਸਾਨ